ਦੇਖਿਆ ਜਾਵੇ ਤਾਂ ਕਈ ਲੋਕ ਇਸ ਨੂੰ ਬਹੁਤ ਡਰਾਵਣੇ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ ਵੀ ਸੱਪ ਲਮਕਦੇ ਨੇ। ਇਹਨਾਂ ਦਾ ਜਿਹੜਾ ਦਰਖਤਾਂ ਦਾ ਪਹਿਰਾ ਆ ਉਹ ਸੱਪਾਂ ਵੱਲੋਂ ਕੀਤਾ ਜਾਂਦਾ ਆ। ਜੇ ਕੋਈ ਟਾਹਣੀ ਤੋੜਦਾ ਆ ਤਾਂ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪੈਂਦਾ ਜਾਂ ਸੱਪ ਡਸਣ ਨਾਲ ਉਹਦੀ ਮੌਤ ਹੋ ਜਾਂਦੀ ਹੈ। ਪੁੱਤਰ ਦੀ ਦਾਤ ਬਖਸ਼ੀ ਸੀਗੀ ਕਿਸਾਨ ਦੇ ਪੁੱਤ, ਕਿਸਾਨ ਦੇ ਬੱਚਾ ਨਹੀਂ ਹੋ ਰਿਹਾ ਸੀ ਤੇ ਉਹਦੀ ਵਾਈਫ ਨੂੰ ਇੱਕ ਜੋ ਵੀ ਸੀਗਾ ਸਵਾਹ ਮਤਲਬ ਜੋ ਵੀ ਹੁੰਦੀ ਆ ਉਹ ਦਿੱਤੀ ਗਈ ਸੀਗੀ ਤੇ ਬੱਚੇ ਦੀ ਦਾਤ ਉਹਨਾਂ ਨੂੰ ਬਖਸ਼ੀ ਗਈ ਸੀ। ਹੋਰ ਵੀ ਇੱਥੇ ਕਈ ਲੋਕ ਆਉਂਦੇ ਨੇ ਵੀ ਜਿਨ੍ਹਾਂ ਨੂੰ ਪੁੱਤਰ ਦੀ ਬਖਸ਼ ਨਹੀਂ ਹੈਗੀ। हैगी है। कि मेरे मेरे सामने एक लड़के के ज़रूर हुई थी, क्योंकि अगर मैं एक रखा हुआ था, अब तो नहीं रहा। उसने भी थोड़ी सी यहाँ गड़बड़ की थी। हाँ हाँ, उल्टा सीधा बोल पड़ा था तो उसको उसने खुद अपना सर पटकने लग गया था। हाँ, फिर उसके बाद मैं बाबा जी ने कहा, मैं बाबा जी इसको पता नहीं क्या हो गया, क्यों अपना सर पटक रहा है, क्यों ऐसा कर रहा है। तो गुरुजी ने कहा तू इसको अंदर ले जा। मैं अंदर ले जाने के लिए जब आ रहा था तो मैं बाहर था, पीछे और पटक रहा था, कभी इधर भाग रहा है कभी उधर भाग रहा है और खून से लथपथ हो रहा है। ये 3 रूप में पूजा जाता है, ब्रह्मा विष्णु महेश। इसकी जो जड़ें हैं वो ब्रह्म के रूप में है और जो तना है वो विष्णु रूप में देखा जाता है। फिर इसके टाहनियाँ और पत्ते कह लो वो शंकर रूप में है, जो जिसे खंडित हो जाती है जिस प्रकार से। यानी कुछ ऐसे एक भगवान का रूप होता है ना, जैसे हम बढ़ता है शरीर हमारा, और इसी प्रकार से इसका धीरे 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 विकास आगे से आगे बढ़ता ही जा रहा है। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੇਮਨਪ੍ਰੀਤ ਕੌਰ ਤੇ ਤੁਸੀਂ ਦੇਖ ਰਹੇ ਹੋ ਬੋਲੀ ਹੌਲੀ ਬਾਬਾ। ਉਮੀਦ ਕਰਦੀ ਹਾਂ ਠੀਕ ਠਾਕ ਹੋਵੋਗੇ। ਅੱਜ ਅਸੀਂ ਜਿੱਥੇ ਖੜੇ ਹਾਂ ਇਹ ਪਿੰਡ ਚੋਲਟੀ ਖੇੜੀ ਹੈ, ਰਾਜਪੁਰਾ ਦੇ ਕੋਲ। ਮੈਂ ਕਹੂੰਗੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੈਂਦਾ ਪਰ ਇਹ ਹੈਗਾ ਰਾਜਪੁਰਾ ਦੇ ਕੋਲ ਹੈ। ਵੀਡੀਓਜ਼ ਦੇਖੀਆਂ ਹੋਣੀਆਂ ਸੋਸ਼ਲ ਮੀਡੀਆ ਤੇ ਬਹੁਤ, ਵੀ ਇੱਕ ਜਿਹੜਾ ਪੇੜ ਹੈ ਫੈਲ ਰਿਹਾ ਆ, ਉਸ ਦੇ ਵਿੱਚ ਕੀ ਹੈ, ਕੀ ਉਹਦਾ ਰਾਜ਼ ਹੈ, ਕੀ ਇਤਿਹਾਸ ਹੈ। ਬਾਹਰ ਸ਼ਾਰਟਸ ਜ਼ਰੂਰ ਚੱਲ ਰਹੇ ਹੋਣਗੇ ਤੁਹਾਡੀ ਸਕਰੀਨ ਤੇ। ਇਤਿਹਾਸ ਕੀ ਹੈ, ਬਹੁਤ ਵੀਡੀਓਜ਼ ਦੇਖੀਆਂ ਨੇ, ਹੋਰ ਵੀ ਬਹੁਤ ਚੈਨਲਸ ਤੇ ਚੱਲੀਆਂ ਹੋਣਗੀਆਂ। ਕਿਤੇ ਨਾ ਕਿਤੇ ਇਸ ਪੇੜ ਨੂੰ ਸੀ ਜਿਹੜਾ ਇੱਕ ਹੌਰਰ ਸਟੋਰੀ ਦਾ ਰੂਪ ਜਿਹੜਾ ਦਿੱਤਾ ਗਿਆ ਸੀ। ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਵੀ ਜੇ ਇੱਥੇ ਦਾ ਇਹ ਕੋਈ ਟਾਹਣਾ, ਜਿਵੇਂ ਆ ਟਾਹਣੇ ਲਮਕ ਰਹੇ ਨੇ, ਵੀ ਜੇ ਕੋਈ ਟਾਹਣਾ ਇਹਦਾ ਤੋੜਦਾ ਆ ਤਾਂ ਉਸ ਨੂੰ ਉਸਦੇ ਪਰਿਵਾਰ ਦੇ ਵਿੱਚ ਜਾਂ ਤਾਂ ਕੋਈ ਮੌਤ ਹੋ ਜਾਂਦੀ ਆ, ਜਾਂ ਕੋਈ ਦੁੱਖ ਭਰੀ ਘਟਨਾ ਹੁੰਦੀ ਹੈ, ਜਾਂ ਫਿਰ ਬੰਦੇ ਦੀ ਜਿਹੜੀ ਆ ਸੱਪ ਡੱਸਣ ਦੇ ਨਾਲ ਮੌਤ ਹੋ ਜਾਂਦੀ ਹੈ। ਆਪਾਂ ਹੋਰ ਕਾਫੀ ਵੀਡੀਓਜ਼ ਦੇਖੀਆਂ ਨੇ ਜਿਸ ਦੇ ਵਿੱਚ ਪਿੰਡ ਵਾਲਿਆਂ ਦਾ ਕਹਿਣਾ ਸੀਗਾ ਵੀ ਐਜੇ ਪੇੜਾਂ ਦੇ ਉੱਤੇ ਜਿਹੜਾ ਸੱਪ ਸੀ, ਸੱਪ ਲਮਕਦੇ ਸੀ, ਸੱਪ ਲਮਕਦੇ ਨੇ। ਕਿਤੇ ਨਾ ਕਿਤੇ ਮੈਂ ਜੇ ਕਹਾਂ ਅੰਧ ਵਿਸ਼ਵਾਸ ਵੀ ਹੋ ਸਕਦਾ ਆ, ਪਰ ਅੱਜ ਅਸੀਂ ਇਹੀ ਇਤਿਹਾਸ ਬਾਰੇ ਜਾਣੂ ਹੋਵਾਂਗੇ ਤੇ ਦੇਖਾਂਗੇ ਵੀ ਇਹਦਾ ਇਤਿਹਾਸ ਕੀ। ਵੀ ਮੈਨੂੰ ਤਾਂ ਕੋਈ ਸੱਪ ਨਹੀਂ ਦਿਖਿਆ ਵੀ ਇੱਥੇ ਕੋਈ ਸੱਪ ਲਮਕ ਰਹੇ ਨੇ ਜਾਂ ਕੋਈ ਇੱਥੇ ਨੀਚੇ ਸੱਪ ਫਿਰ ਰਹੇ ਨੇ, ਜਾਂ ਜਿਵੇਂ ਕਿਹਾ ਜਾਂਦਾ ਸੀ ਵੀ ਇਹ ਜਿਹੜਾ ਪੇੜ ਹੈ ਇਹਦੀ ਰਾਖੀ ਸੱਪ ਕਰਦੇ ਨੇ। ਕੀ ਸੱਚਾਈ ਹੈ? ਮੇਰਾ ਇੱਥੇ ਆਉਣ ਦਾ ਮਕਸਦ ਇਹੀ ਸੀਗਾ ਵੀ ਮੈਂ ਇਹ ਚੀਜ਼ ਤੋਂ ਕਲੀਅਰ ਕਰਾਂ। ਕਿਤੇ ਨਾ ਕਿਤੇ ਲੋਕ ਅੰਧ ਵਿਸ਼ਵਾਸ ਵੱਲ ਨੇ ਜਿਹੜੇ ਜਾ ਰਹੇ ਨੇ। ਸਾਡੇ ਨਾਲ ਇੱਥੇ ਦੇ ਸੇਵਾਦਾਰ ਮੌਜੂਦ ਨੇ। ਸਤਿ ਸ਼੍ਰੀ ਅਕਾਲ ਭਈਆ। सत श्रीकाल जी। ਕੀ ਨਾਮ ਹੈ? महंत बलविंदर गिरी। ਵੀਡੀਓਜ਼ ਦੇਖੀਆਂ ਨੇ ਬਹੁਤ ਸੋਸ਼ਲ ਮੀਡੀਆ ਤੇ, ਕਿਤੇ ਨਾ ਕਿਤੇ ਇਹਨੂੰ ਇੱਕ ਹੌਰਰ ਸਟੋਰੀ ਦਾ ਰੂਪ ਦਿੱਤਾ ਗਿਆ ਵੀ ਇੱਥੇ ਸੱਪ ਲਮਕਦੇ ਨੇ, ਇੱਥੇ ਭੂਤਾਂ ਦਾ ਵਾਸ ਹੈ। ਕੀ ਸੱਚਾਈ ਹੈ? देखो ये ਤਾਂ ਕਹਿੰਦੇ ਜਿਹੜੀ आप कह रहे भूत बात, ये तो है नहीं ऐसा तो कुछ। यहाँ देवताओं का वास है, देवता और सिद्धों का वास है। यहाँ साधु संतों ने वास किया हुआ है, स्वयं गुरु नानक देव जी का भी वास है यहाँ। पे हाँ जी, आके गए हैं, तपस्या अपना बैठ के गए, समय दे के गए हैं। इस जगह पे हाँ, समय दे के गए हैं। बाबा बालकनाथ जी का भी थोड़ा थोड़ा सा बताया जाता है। फिर बाकी तो हम किसी चीज़ पे विश्वास अंधविश्वास तो हम इन चीज़ों को हम नहीं मानते। ਨਹੀਂ ਦੇਖਿਆ ਜਾਵੇ ਤਾਂ ਕਈ ਲੋਕ ਇਸ ਨੂੰ ਬਹੁਤ ਡਰਾਵਣੇ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ ਵੀ ਸੱਪ ਲਮਕਦੇ ਨੇ। ਇਹਨਾਂ ਦਾ ਜਿਹੜਾ ਦਰਖਤਾਂ ਦਾ ਪਹਿਰਾ ਆ ਉਹ ਸੱਪਾਂ ਵੱਲੋਂ ਕੀਤਾ ਜਾਂਦਾ ਆ। ਜੇ ਕੋਈ ਟਾਹਣੀ ਤੋੜਦਾ ਆ ਤਾਂ ਉਸ ਨੂੰ ਮੌਤ ਦਾ ਸਾਹਮਣਾ ਕਰਨਾ ਪੈਂਦਾ ਜਾਂ ਸੱਪ ਡੱਸਣ ਨਾਲ ਉਹਦੀ ਮੌਤ ਹੋ ਜਾਂਦੀ ਆ। देखो यहाँ सांप है, सांप सलुंडे इतने हैगे कि हद से ज़्यादा हैगे।
पर वो जल्दी किसी ਨੂੰ कुछ कहते नहीं है ज़्यादा। बाकी तो देखो तकरीबन अभी तो समय समय के आधार से वो निकलते हैं अपना घूमते रहते हैं। इतनी जल्दी किसी को कोई कुछ नहीं कहता है। और रही टाहनी तोड़ने की, अभी ऐसे तोड़ लेंगे मौत हो जाएगी, वो सिर्फ उसका दुर्भाग्य है। वो अपने आप जो कर्म जैसे करेगा उसका फल उसको नतीजा मिलता ही मिलता है। ਮਤਲਬ ਤੁਹਾਡਾ ਕਹਿਣਾ ਇਹ ਆ ਵੀ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ ਉਹ ਗੱਲ ਸੱਚ ਵੀ ਹੋ ਸਕਦੀ ਆ ਤੇ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਉਹ ਗੱਲ ਝੂਠ ਵੀ ਹੋ ਸਕਦੀ ਆ। नहीं नहीं, जो जो विश्वास करेगा इस पे हम्म, उसके लिए विश्वासपूर्ण है ये, हम्म, विश्वासपूर्णता। हम्म, क्योंकि ये कायाकल्प वृक्ष भी एक तरीके से माना जाता है। हम्म। इसलिए इसमें यहाँ जो विश्वास रख के करेगा तो उसके लिए परमात्मा अच्छा ही करवाएगा। बाकी अंधविश्वासियों के लिए तो कहीं भी पूरा संसार ढूंढ लो, कहीं नहीं कुछ भी है। ਪਰ ਅੱਜ ਦੀ ਗੱਲ ਕਰੀਏ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਲੋਕ ਆਪਣੇ ਮਾਰਸ ਤੱਕ ਪਹੁੰਚ ਗਏ ਨੇ ਉੱਥੇ ਜ਼ਮੀਨ ਲੈਣ ਦੀਆਂ ਗੱਲਾਂ ਕਰ ਰਹੇ ਨੇ। ਤੁਸੀਂ ਇੱਥੇ ਰਹਿੰਦੇ ਹੋ ਹਨਾ ਪਿੱਛੇ ਤੁਹਾਡਾ ਮੈਂ ਦੇਖਿਆ ਰੂਮ ਬਣਿਆ ਹੋਇਆ ਆ ਕਿੰਨੇ ਕੁ ਲੋਕ ਨੇ ਜਿਹੜੇ ਇੱਥੇ ਜਿਵੇਂ ਦੱਸਿਆ ਬਾਹਰ ਇਤਿਹਾਸ ਚੱਲ ਰਿਹਾ ਹੋਊਗਾ ਵੀ ਪੁੱਤਰ ਦੀ ਦਾਤ ਬਖਸ਼ੀ ਸੀਗੀ ਕਿਸਾਨ ਦੇ ਪੁੱਤ ਕਿਸਾਨ ਦੇ ਬੱਚਾ ਨਹੀਂ ਹੋ ਰਿਹਾ ਸੀ ਤੇ ਉਹਦੀ ਵਾਈਫ ਨੂੰ ਇੱਕ ਉਹ ਜੋ ਵੀ ਸੀਗਾ ਸਵਾਹ ਮਤਲਬ ਜੋ ਵੀ ਹੁੰਦੀ ਆ ਉਹ ਦਿੱਤੀ ਗਈ ਸੀਗੀ ਤੇ ਬੱਚੇ ਦੀ ਦਾਤ ਉਹਨਾਂ ਨੂੰ ਬਖਸ਼ੀ ਗਈ ਸੀ। ਹੋਰ ਵੀ ਇੱਥੇ ਕਈ ਲੋਕ ਆਉਂਦੇ ਨੇ ਵੀ ਜਿਨ੍ਹਾਂ ਨੂੰ ਪੁੱਤਰ ਦੀ ਬਖਸ਼ ਨਹੀਂ ਹੈਗੀ। हाँ, हैगी है। हम्म, ये तो तकरीबन देखो यहाँ हो जाता है, गुरु महाराज इतना तो करवा देते हैं हम्म, कि आप जो भी मन में अरदास रखोगे, चाहे पुत्र की रखो हम्म, अपेक्षा, हम्म, चाहे कुछ भी है, वो तो होती है, सुनती है, खुद साक्षात है। क्योंकि उस वरदान की देन है हम्म, जो एक साधु रूप में किसी को वरदान दिया गया था, बिल्कुल। विभूति दी गई थी, उससे हम्म, उसी विभूति से उत्पन्न भी हुई है। हम्म, और उसी की उत्पन्नता थे, इसके अंदर इतनी मानता है कि अगर जो भी मांगो वो मिल मिल जाता है। जाता हाँ जी। ਮੈਂ ਨਾ ਪਿੰਡ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੋਂ ਦੋ ਤਿੰਨ ਗੁਜ਼ਰ ਰਹੇ ਸੀ ਬਜ਼ੁਰਗ ਕੋਈ ਇਸ ਦੇ ਬਾਰੇ ਬੋਲਣਾ ਨਹੀਂ ਚਾਹੁੰਦਾ। ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੀ ਇਹ ਜ਼ਮੀਨ ਹੈ ਉਹਨਾਂ ਦੀ ਹੈ ਪਰ ਅਸੀਂ ਛੱਡ ਰਹੇ ਹਾਂ ਜਿਹੜੀ ਅੱਗੇ ਜ਼ਮੀਨ ਹੈ ਉਹ ਲੋਕ ਛੱਡਣ ਨੂੰ ਬਹੁਤ ਕਾਹਲੇ ਨੇ ਵੀ ਅਸੀਂ ਛੇਤੀ ਛੇਤੀ ਛੱਡ ਦਈਏ। ਐਸਾ ਕੀ ਰੂਪ ਦਿੱਤਾ ਹੋਇਆ ਪਿੰਡ ਵਾਲਿਆਂ ਵੱਲੋਂ ਇਹ ਵੀ ਕਹਿਣਾ ਸੀਗਾ ਵੀ ਇੱਥੇ ਭੂਤਾਂ ਦਾ ਵਾਸ ਹੈ ਜਾਂ ਸੱਪ ਡੱਸਣ ਨਾਲ ਮੌਤ ਹੋ ਜਾਂਦੀ ਆ ਜਾਂ ਇੱਦਾਂ ਲੋਕ ਕਿਤੇ ਨਾ ਕਿਤੇ ਦੁਖੀ ਲੱਗ ਰਹੇ ਨੇ। नहीं नहीं, ऐसा तो ये आपका गलत भ्रम है। हम्म, क्योंकि अगर जो इस चीज़ बरोटी को मानता है हम्म, वो तो स्वयं अपने आप स्वयं छोड़ देता है, हम्म, यहाँ पे इसके अपने श्रद्धा नाल छोड़ देता है। हम्म, बाकी ऐसा तो कोई मेरे हिसाब से जितने भी पास के ज़मींदार है हम्म, वो कोई इस चीज़ को गिनाया उस चीज़ में कुछ ऐसा करते नहीं है। हम्म, क्योंकि हमने तो अभी देखा, हम तो यहाँ जब से रह रहे जब से जानते हैं। हम्म। पर उन जिनकी ज़मीन लगती है वो तो यहाँ बचपन उनका तो यहाँ बसेरा ही है। ਤੁਹਾਡੀ ਗੱਲ ਕਰੀਏ ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਅੱਗੇ ਬਜ਼ੁਰਗ ਹੋਣਗੇ ਪੀੜ੍ਹੀ ਤੋਂ ਪੀੜ੍ਹੀ ਚੱਲਦਾ ਹੋਊਗਾ ਕਿੰਨਵੀਂ ਪੀੜ੍ਹੀ ਆ ਤੁਹਾਡੀ। देखो पीढ़ी का तो मैनू भी अभी अंदाज़ा नहीं, मैं कितना कह सकता। कितने साल हो गए। मेरे को तो अभी 10 साल हुए हैं। हम्म, बाकी हमारे गुरुजी हमसे पहले के थे, उनसे पहले हमारे बाबा जी रह गए हैं। तकरीबन कितने साल? तकरीबन तकरीबन अभी देखो अंदाजे में तो कुछ मैं तो बता नहीं सकता। ਮਤਲਬ ਕਾਫੀ ਟਾਈਮ ਹੋ ਗਿਆ। काफ़ी टाइम हो गया है। ਪਿੰਡ ਵਾਲੇ ਦਾ ਇਹ ਵੀ ਕਹਿਣਾ ਸੀ ਉਹ ਬਾਬਾ ਜੀ ਖੁਦ 50 ਸਾਲ ਦੇ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਵੀ ਸਾਡੀਆਂ ਪਿਛਲੀਆਂ 3 ਪੁਸ਼ਤਾਂ ਦੇ ਵਿੱਚ ਵੀ ਕੋਈ ਨਹੀਂ ਜਾਣੂ ਹੈਗਾ ਇਸ ਚੀਜ਼ ਬਾਰੇ। ना ना, ये तो अस्सी भी नहीं जानते हैं। क्योंकि हमारे बहुत इतने साधु संत आके चले गए यहाँ पर, बहुत आए भी रहे भी, जिन्होंने तकरीबन वैसे तो यहाँ पे जिन्होंने ज़्यादा समय गुजारा है या थोड़ा सा वो करा है उनमें 3-4 महात्मा जो है उनकी समाधियाँ लगी लगी हुई हैं यहाँ पर। बाकी अभी तो हमें और हमारे गुरुजी हैं, और उनसे पहले भी और हुआ करते थे। हाँ जी, हाँ जी। ਮੈਂ ਦੇਖਿਆ ਪਿੱਛੇ ਹੋਰ ਜਿਹੜੀਆਂ ਟਾਹਣੀਆਂ ਨੇ ਉਹ ਇਦਾਂ ਲੱਗ ਰਿਹਾ ਜਿਵੇਂ ਤੋੜੀਆਂ ਹੋਣੀਆਂ ਉਹਨਾਂ ਨੂੰ ਦਰਖਤਾਂ ਨੂੰ ਵੱਢਿਆ ਹੋਵੇ ਕਿ ਹਵਾ ਨਾਲ ਹੋਏ ਹੋਏ ਨੇ ਉਹ। ना तोड़े या नहीं है ये। जैसे अभी कई बार आंधी तूफान आए ना, तो उनमें एक तो मिट्टी की कमजोरी, फिर इसमें सैलाब बहुत है। सैलाबने के कारण और दीमक आने के कारण ये अपने आप टाने गिर जा रहे हैं, सूख रहे भी है और गिर भी रहे हैं। बाकी ये ग्लोबेल है जो काफ़ी इसको नुकसान पहुंचा रही है, उसके कारण भी हो रहा है। इसीलिए ਇਹ ਰੁੱਖ ਹੈ ਜਿਹੜਾ ਇਹ ਵੱਧਦਾ ਜਾ ਰਿਹਾ ਮੈਂ ਇਤਿਹਾਸ ਦੇ ਵਿੱਚ ਦੇਖਿਆ 2 ਕਿੱਲੇ ਲਿਖੇ ਹੋਏ ਸੀ ਤੁਹਾਡੇ ਹਿਸਾਬ ਨਾਲ ਕਿੰਨੀ ਕੀ ਜਗ੍ਹਾ ਦੇ ਵਿੱਚ ਹੈ ਇਹ। मेरे हिसाब से तो इस समय 4 एकड़ से आंदा है, 3-4 एकड़ में आंदा है। हाँ जी, मैं तो अभी वैसे तो नाप तोल तो मेरे सामने तो कभी हुआ नहीं। बाकी अंदाजे से मैं कह सकता हूँ कि 4 एकड़ से आंदा है ये।
ਤੁਹਾਡੇ ਹੁੰਦੇ ਕਦੇ ਐਦਾਂ ਦਾ ਕੁਝ ਹੋਇਆ ਵੀ ਹਾਂ ਲੋਕ ਕੋਈ ਆਏ ਹੋਣ ਜਿਨ੍ਹਾਂ ਤੋਂ ਇਹ ਗਲਤੀ ਹੋਈ ਹੋਵੇ ਜਾਂ ਕਿਸੇ ਨੇ ਟਾਹਣਾ ਤੋੜਿਆ ਹੋਵੇ, ਸੱਪ ਨੇ ਡੱਸਿਆ ਹੋਵੇ ਜਾਂ ਘਰ ਦੇ ਵਿੱਚ ਕੋਈ ਐਦਾਂ ਦੀ ਮੰਦ ਜਾਂ ਕੋਈ ਐਦਾਂ ਦੀ ਦੁੱਖ ਭਰੀ ਘਟਨਾ ਹੋਈ ਹੋਵੇ? दुख भरी घटना मेरी आंखों के सामने तो अभी तक ऐसी कोई हुई नहीं। बाकी मेरे मेरे सामने एक लड़के के ज़रूर हुई थी, क्योंकि अगर मैं एक रखा हुआ था, अब तो और नहीं रहा। उसने भी थोड़ी सी यहाँ गड़बड़ की थी। हाँ हाँ, उल्टा सीधा बोल पड़ा था, तो उसने खुद अपना सर पटकने लग गया था। खुद ही? हाँ, फिर उसके बाद मैं बाबा जी ने कहा, मैं बाबा जी इसको पता नहीं क्या हो गया, क्यों अपना सर पटक रहा है, क्यों ऐसा कर रहा है। तो गुरुजी ने कहा तू इसको अंदर ले जा। मैं अंदर ले जाने के लिए जब आ रहा था, तो मैं बाहर था पीछे और पटक रहा था, कभी इधर भाग रहा है, कभी उधर भाग रहा है और खून से लथपथ हो रहा है। तो उसके बाद मैं देखने के बाद मैं कहा ना यार, ये तो कम ख़राब है। तो थोड़ी देर बाद मुझे यानी ऐसा हुआ कि वो चला ही गया। अपने आप? हाँ, अपने आप ही खुद मन से यहाँ से चला, अपने आप ही चला गया। मिला ही नहीं, मैं ढूंढता रहा काफ़ी देर तक, मिला नहीं। इधर उधर खोजने की कोशिश करी, मैं यहाँ मिल जाए, इधर मिल जाए। कहीं उसे पूछा भी, आसपास में वो लड़का यहाँ था, वो दिखा कहीं। तो ये तो मैं अपने आप देखी थी एक लड़के से। और भी है। और तो ऐसा सुनने में तो मैं बहुत कुछ सुना है यहाँ के बारे में। आँखों देखी तो मैं कुछ कह नहीं सकता, पर हाँ विश्वास पे बहुत कुछ देखा मैंने। जो जिसका विश्वास श्रद्धा के आस्था पे इसकी लगी हुई ना, तो वो बहुत कुछ दे जाती है। मैं खुद इस चीज़ से इतना जुड़ा हुआ हूँ कि मैंने बहुत ऐसे ऐसे स्थान देखे हुए हैं हिंदुस्तान के अंदर। वो सब कहीं मुझे मिले भी है बड़े बड़े। ਪੰਜਾਬ 'ਚ ਕੋਈ ਹੈਗਾ ਐਸਾ ਰੁੱਖ ਜੋ ਇੰਨੀ ਜਗ੍ਹਾ ਦੇ ਵਿੱਚ फैलिया होवे? बाकी अभी तक तो मैंने देखा नहीं है, वैसे पंजाब में तो नहीं देखा, बाहर तो बहुत देख के आया हूँ, कलकत्ता भी गया हूँ, इधर एक दो जगह गया हूँ। हाँ बाकी ਇਹ ਨਾ ਵਧਣਾ ਰੁੱਖ ਆ, ਵੱਧਦਾ ਇਹ ਬਹੁਤ ਜ਼ਿਆਦਾ ਵੱਧਦਾ। ਮੈਂ ਦੇਖਿਆ, ਮੈਂ ਕੈਮਰਾਮੈਨ ਨੂੰ ਕਹੂੰਗੀ ਵੀ ਤੁਸੀਂ ਟਾਹਣੀਆਂ ਦਿਖਾਓ ਵੀ ਟਾਹਣੀ ਅੱਗੇ ਤੋਂ ਅੱਗੇ ਜਿੱਥੇ ਜ਼ਮੀਨ ਦੇ ਵਿੱਚ ਧੱਸੀ ਜਾ ਰਹੀ ਹੈ, ਉਹ ਇੱਕ ਨਵੇਂ ਰੁੱਖ ਦਾ ਜਿਹੜਾ ਰੂਪ ਲਈ ਜਾ ਰਿਹਾ ਆ। हाँ देखो, असल चीज़ में तो बताएं आपको, ये 3 रूप में पूजा जाता है, ब्रह्मा विष्णु महेश। इसकी जो जड़ें हैं वो ब्रह्म के रूप में है, और जो तना है वो विष्णु रूप में देखा जाता है। फिर इसके टालियाँ और पत्ते कह लो वो शंकर रूप में है, जो जिसे खंडित खंडित हो जाती है जिस प्रकार से। यानी कुछ ऐसे एक भगवान का रूप होता है ना, जैसे हम बढ़ता है शरीर हमारा, और इसी इसी प्रकार से इसका धीरे 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 विकास आगे से आगे बढ़ता ही जा रहा है। हाँ जी। ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਦਿੱਤਾ, ਗੱਲ ਕੀਤੀ ਹੈ। ਜੇ ਦੇਖਾਂ ਮੈਂ ਆਪਣੇ ਉਹਦੇ ਵੇ 'ਤੇ ਗੱਲ ਕਰਾਂ ਤਾਂ ਇੱਕ ਪੋਜ਼ਿਟਿਵਿਟੀ ਵੀ ਹੈਗੀ ਇਹਦੀ ਰੁੱਖ ਦੇ ਵਿੱਚ ਵੀ, ਕਿੰਨੀ ਆਕਸੀਜਨ ਦੀ ਜਿਹੜੀ ਦੇਣ ਹੋਊਗੀ। ਪਹਿਲਾਂ ਜ਼ਮਾਨੇ ਦੀ ਗੱਲ ਕਰ ਲਈਏ, ਪੁਰਾਣੇ ਜਿਹੜੇ ਆਪਣੇ ਬਜ਼ੁਰਗੀਆਂ ਅੱਗੇ ਅੱਗੇ ਸੀਗੇ, ਉਹ ਵੀ ਕਿਤੇ ਨਾ ਕਿਤੇ ਜੰਗਲਾਂ ਦੇ ਵਿੱਚ ਵਾਸ ਹੁੰਦਾ ਸੀ। ਬਹੁਤ ਜੰਗਲਾਂ ਦੇ ਵਿੱਚ ਸੱਪ ਸੁੱਪ ਵੀ ਹੁੰਦੇ ਸੀ, ਸਾਰੇ ਜਾਨਵਰ ਜਿਹੜੇ ਹੁੰਦੇ ਸੀ ਕੋਲੋਂ ਨਿਕਲਦੇ ਹੁੰਦੇ ਸੀ। ਇਹ ਮੈਂ ਵੀਡੀਓ, ਮੇਰਾ ਇੱਥੇ ਆਉਣ ਦਾ ਮੇਨ ਮਕਸਦ ਇਹ ਸੀ ਵੀ ਜਿਹੜੇ ਲੋਕ ਇਸ ਨੂੰ ਗਲਤ ਰੂਪ ਦੇ ਵਿੱਚ ਅੱਗੇ ਲੈ ਕੇ ਆ ਰਹੇ ਨੇ ਵੀ ਇੱਥੇ ਭੂਤਾਂ ਦਾ ਵਾਸ ਹੈ, ਇੱਥੇ ਸੱਪ ਡਸਦੇ ਨੇ, ਸੱਪ ਫਿਰਦੇ ਨੇ, ਅੰਧ ਵਿਸ਼ਵਾਸ, ਇਹ ਅੱਜ ਇਹਨਾਂ ਨਾਲ ਗੱਲਬਾਤ ਕਰਨ ਦਾ ਇਹੀ ਸੀਗਾ ਵੀ ਇਹਨਾਂ ਨਾਲ ਗੱਲ ਕੀਤੀ ਜਾਵੇ, ਇਤਿਹਾਸ ਬਾਰੇ ਜਿਹੜਾ ਜਾਣੂ ਕਰਵਾਇਆ ਜਾਵੇ। ਮੈਂ ਹੇਮਨਪ੍ਰੀਤ ਕੌਰ, ਬੋਲੀ ਹੌਲੀ ਬਾਬਾ ਤੋਂ, ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।